हाँ जी ਮਿਲਟਨਸ ਔਰ ਅੱਜ ਜਿਹੜੀ ਆਪਾਂ ਗੱਲ ਕਰਨੀ ਸੀ ਉਹ ਆਪਣੇ ਲੈਕਚਰ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਸੀ, ਲੇਕਿਨ ਉਹ ਲੈਕਚਰ ਨਹੀਂ ਲਾ ਸਕਿਆ ਮੈਂ ਬਿਕੋਜ਼ ਮੈਂ ਤਿਆਰੀ ਕਰ ਰਿਹਾ ਸੀ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝਾਇਆ ਜਾਵੇ। ਔਰ ਐਜ਼ ਯੂ ਕੈਨ ਸੀ ਔਨ ਯੂਰ ਸਕਰੀਨ, ਮੋਬਾਈਲ ਸਕਰੀਨ, ਦੈਟ ਮੁਹੰਮਦ ਆਫ ਗੌਰ, ਜਿਹਨੂੰ ਮੁਹੰਮਦ ਗੌਰੀ ਵੀ ਕਹਿੰਦੇ ਹਾਂ ਅਸੀਂ ਗੌਰੀ ਦੇ ਹਮਲਿਆਂ ਬਾਰੇ ਅੱਜ ਅਸੀਂ ਪੜ੍ਹਨਾ ਹੈ। ਸੋ ਗੌਰ ਜਿਹੜਾ ਹੈ ਉਹ ਬੇਸਿਕਲੀ ਇਲਾਕਾ ਸਿਚੁਏਟਡ ਹੈ ਬਿਟਵੀਨ ਗਜ਼ਨੀ ਐਂਡ ਹੈਰਾਤ। ਇਹਨੂੰ ਅਸੀਂ ਗੌਰ ਦਾ ਇਲਾਕਾ ਕਹਿੰਦੇ ਹਾਂ। ਕਹਿੰਦੇ ਨੇ ਕਿ ਦਿਸ ਸਮਾਲ ਕਿੰਗਡਮ ਪ੍ਰੈਜ਼ੈਂਟਡ ਅ ਬਿਗ ਡੇਂਜਰ ਟੂ ਦਾ ਡਿਕਲਾਈਨਿੰਗ ਐਮਪਾਇਰ ਆਫ ਗਜ਼ਨਵੀ। ਔਰ ਗੌਰ ਵੰਸ਼ ਦਾ ਜਿਹੜਾ ਪ੍ਰਧਾਨ ਸੀ ਉਸਨੂੰ ਸ਼ੰਸਬਾਨੀ, ਇਹਨੂੰ ਸ਼ੰਸਬਾਨੀ ਜਿਹੜਾ ਹੈ ਡਾਇਨੈਸਟੀ ਵੀ ਕਿਹਾ ਜਾਂਦਾ ਹੈ। ਸੋ ਕਈ ਵਾਰੀ ਛੋਟਾ ਕੁਐਸਚਨ ਆਪਾਂ ਨੂੰ ਪੁੱਛ ਲਿਆ ਜਾਂਦਾ ਸ਼ੰਸਬਾਨੀ ਡਾਇਨੈਸਟੀ ਕਿਹੜੀ ਹੈ, ਤਾਂ ਗੌਰ ਵੰਸ਼ ਨੂੰ ਹੀ ਸ਼ੰਸਬਾਨੀ ਡਾਇਨੈਸਟੀ ਕਹਿੰਦੇ ਹਨ। ਗੌਰ ਦੇ ਰਾਜਨੀਤਿਕ ਸੰਗਠਨ ਦੇ ਜਦੋਂ ਅਸੀਂ ਵਿਸ਼ੇ ਵਿੱਚ ਚਰਚਾ ਕਰਦੇ ਹਾਂ ਤਾਂ ਬੜੇ ਹੀ ਰਿਨੋਨ ਹਿਸਟੋਰੀਅਨ ਮੁਹੰਮਦ ਹਬੀਬ ਇਹ ਕਹਿੰਦੇ ਨੇ ਕਿ ਗੌਰ, ਇਹਨਾਂ ਦੀ ਹਿੰਦੀ 'ਚ ਕੋਟੇਸ਼ਨ ਮੈਂ पढ़ के सुनना, प्लीज़ सुने उन्होंने कि गौर के भारतीय राज्य के पीछे साम्राज्य का विचार नहीं था और ना ही कोई सरकार का रूप था। यदि हम उसके राज्य के विस्तार के बारे में ध्यान न दें तो जिस संस्था के समान वह था वह भारतीय संयुक्त परिवार प्रथा के बहुत निकट था। ये कोटेशन ਦੇ ਵਿੱਚ ਹਾਲਾਂਕਿ ਮੁਹੰਮਦ ਹਬੀਬ ਇਹ ਕਹਿਣਾ ਚਾਹੁੰਦੇ ਨੇ ਕਿ ਗੌਰੀ ਦਾ ਜਿਹੜਾ ਭਾਰਤੀ ਰਾਜ ਹੈ ਉਹਦੇ ਪਿੱਛੇ ਕੋਈ ਇੰਪੀਰੀਅਲਿਸਟਿਕ ਅਪਰੋਚ ਨਹੀਂ ਸੀ, ਬਹੁਤ ਵੱਡੀ ਸਾਮਰਾਜ ਦਾ ਵਿਚਾਰ ਨਹੀਂ ਸੀ। ਲੇਕਿਨ ਤੁਸੀਂ ਦੇਖਦੇ ਹੋ ਕਿ ਭਾਰਤ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਤੁਰਕੀ ਸਾਮਰਾਜ ਦੀ ਸਥਾਪਨਾ ਦੀ, ਸੋ ਦਿੱਲੀ ਸਲਤਨਤ ਦੀ ਗੱਲ ਕਰਦੇ ਹਾਂ ਤਾਂ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਹੈ ਮੁਹੰਮਦ ਗੌਰੀ ਤੋਂ ਬਾਅਦ ਹੀ ਜਿਹੜੀ ਹੈ ਹੋਈ ਹੈ। ਉਹਦੇ ਆਉਣ ਵਾਲੇ ਜਿਹੜੇ ਉਹਦੇ ਆਪਾਂ ਮੰਨ ਕੇ ਚੱਲਦੇ ਹਾਂ ਗੱਦੀ ਉੱਪਰ ਬੈਠੇ ਕੁਤੁਬਦੀਨ ਐਬਕ, ਉਸ ਤੋਂ ਬਾਅਦ ਗੱਦੀ ਉੱਪਰ ਬੈਠਾ ਔਰ ਗੁਲਾਮ ਵੰਸ਼, ਮਮਲੂਕ ਵੰਸ਼ ਜਿਹੜਾ ਹੈ ਉਹ ਸ਼ੁਰੂ ਹੋਇਆ। ਹਾਲਾਂਕਿ ਗੌਰ ਦਾ ਇਹ ਸ਼ਾਸਕ ਜਿਹਦੀ ਅਸੀਂ ਗੱਲ ਕਰਦੇ ਹਾਂ ਮੁਹੰਮਦ ਗੌਰੀ, ਔਰ ਦੀ ਅਸੀਂ ਅੱਜ ਜਿਹੜੀ ਹੈ ਉਹ ਗੱਲ ਕਰ ਰਹੇ ਹਾਂ। ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਕਹਿੰਦੇ ਕਿ 150 ਸਾਲ ਦੀ ਆਪਾਂ ਨੇ ਗੱਲ ਕੀਤੀ ਸੀ ਮਹਿਮੂਦ ਗਜ਼ਨਵੀ ਦੀ। 1030 ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ ਔਰ 1025 'ਚ ਉਹਦਾ ਸੋਮਨਾਥ ਦਾ ਹਮਲਾ ਬੜਾ ਇੰਪੋਰਟੈਂਟ ਸੀ। ਔਰ ਉਸ ਤੋਂ ਬਾਅਦ ਤਕਰੀਬਨ 150 ਸਾਲ ਬਾਅਦ ਜਿਹੜਾ ਹੈ ਮੁਹੰਮਦ ਆਫ ਗੌਰ, ਜਿਹਨੂੰ ਮੁਹੰਮਦ ਗੌਰੀ ਵੀ ਕਹਿੰਦੇ ਹਾਂ, 1175 ਤੋਂ ਲੈ ਕੇ ਸਨ 1205 ਤੱਕ ਇਸਨੇ ਭਾਰਤ 'ਤੇ ਕਈ ਵਾਰੀ ਹਮਲਾ ਕੀਤਾ। ਕੱਲ੍ਹ ਦੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਪੁੱਛਿਆ ਸੀ ਕਿ ਤਰਾਈਨ ਦਾ ਇਲਾਕਾ ਕਿਹੜਾ ਹੈ। ਆਈ ਹੋਪ ਤੁਸੀਂ ਲੱਭ ਲਿਆ ਹੋਏਗਾ, ਪਰ ਜੇ ਨਹੀਂ ਲੱਭਿਆ ਹੋਏਗਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਅਸੀਂ ਅੱਜ ਦੇ ਟਾਈਮ ਵਿੱਚ ਗੱਲ ਕਰੀਏ, ਜਦੋਂ ਅਸੀਂ ਦਿੱਲੀ ਨੂੰ ਜਾਂਦੇ ਹਾਂ ਪਟਿਆਲੇ ਤੋਂ, ਤਾਂ ਕਰਨਾਲ ਦੇ ਕੋਲ ਇੱਕ ਇਲਾਕਾ ਆਉਂਦਾ ਹੈ ਤਰਾਵੜੀ ਦਾ ਇਲਾਕਾ। ਉਹ ਪੁਰਾਣੇ ਟਾਈਮ ਵਿੱਚ ਤਰਾਈਨ ਦਾ ਇਲਾਕਾ ਮੰਨਿਆ ਜਾਂਦਾ ਸੀਗਾ। ਯਾਨੀ ਅਗਰ ਥਾਨੇਸਰ ਤੋਂ ਕੁਛ ਮੀਲ ਦੂਰ ਅਸੀਂ ਗੱਲ ਕਰਦੇ ਹਾਂ ਉਸ ਇਲਾਕੇ ਨੂੰ, ਥਾਨੇਸਰ ਦਾ ਇਲਾਕਾ ਤੁਹਾਨੂੰ ਮੈਂ ਦੱਸਿਆ ਸੀ ਕੁਰੂਕਸ਼ੇਤਰ ਵਾਲਾ ਰੀਜਨ ਜਿਹੜਾ ਥਾਨੇਸਰ ਦਾ ਰੀਜਨ ਹੈ, ਔਰ ਇਸ ਇਲਾਕੇ ਨੂੰ ਅਸੀਂ ਕਹਿੰਦੇ ਹਾਂ, ਕੀ ਕਹਿੰਦੇ ਹਾਂ ਜੀ, ਇਹ ਹੈ ਤਰਾਈਨ ਦਾ ਇਲਾਕਾ। ਬੈਟਲ ਆਫ ਤਰਾਈਨ ਜਿੱਥੇ ਲੜੀ ਗਈ। 1175-76 ਦੇ ਵਿੱਚ ਮੁਲਤਾਨ ਤੇ ਉੱਚ 'ਤੇ ਹਮਲਾ ਕੀਤਾ ਗਿਆ। ਇਹਦੇ ਬਾਰੇ ਡਿਟੇਲ 'ਚ ਆਪਾਂ ਗੱਲ ਕਰਾਂਗੇ ਹੁਣੀ। 1178 ਦੇ ਵਿੱਚ ਗੁਜਰਾਤ 'ਤੇ ਹਮਲਾ ਕੀਤਾ ਗਿਆ। 1191 ਦੇ ਵਿੱਚ ਤਰਾਈਨ ਦੀ ਪਹਿਲੀ, ਯਾਨੀ 1191 ਦੇ ਵਿੱਚ ਤਰਾਈਨ ਦੀ ਪਹਿਲੀ ਲੜਾਈ ਲੜੀ ਗਈ ਔਰ 1192 ਦੇ ਵਿੱਚ ਸੈਕਿੰਡ ਬੈਟਲ ਆਫ ਤਰਾਈਨ ਜਿਹੜੀ ਹੈ ਉਹ ਟੁੱਕ ਪਲੇਸ, ਅਸੀਂ ਮੰਨ ਕੇ ਚੱਲਦੇ ਹੋਈ। ਇਸ ਤੋਂ ਇਲਾਵਾ 1192 ਦੇ ਵਿੱਚ ਚੰਦਾਵਰ ਦੀ ਲੜਾਈ ਵੀ ਹੋਈ ਔਰ ਜਿਹਦੇ ਵਿੱਚ ਕਨੌਜ ਦੇ ਰਾਜੇ ਨੂੰ ਜੈਚੰਦ ਗੜਵਾਲ ਨੂੰ ਵੀ ਹਰਾਇਆ ਗਿਆ। ਸੋ ਇਸ ਤਰੀਕਾ ਆਪਾਂ ਗੱਲ ਕਰਦੇ ਹਾਂ ਕਿ ਮੁਹੰਮਦ ਗੌਰੀ ਨੇ ਭਾਰਤ ਦੇ ਉੱਪਰ ਜਿਹੜਾ ਹੈ ਉਹ ਸ਼ੰਸਮਾਨੀ ਜਾਂ ਗੌਰ ਸਾਮਰਾਜ ਦੀ ਜਿਹੜੀ ਨੀਂਹ ਹੈ ਉਹ ਰੱਖੀ, ਜਿਹੜਾ ਦਿੱਲੀ ਸਲਤਨਤ ਬਾਅਦ ਦੇ ਵਿੱਚ ਬਣਿਆ। ਔਰ ਆਪਾਂ ਇਹ ਕਹਿ ਸਕਦੇ ਹਾਂ ਕਿ ਮੁਗਲਾਂ ਦੇ ਆਉਣ ਤੋਂ ਪਹਿਲਾਂ, ਟਿਲ ਦਾ ਐਡਵੈਂਟ ਆਫ ਮੁਗਲਸ, ਜਿਹੜੇ ਦਿੱਲੀ ਸਲਤਨਤ ਬੜੀ ਫਲੋਰਿਸਟ ਇੱਕ ਸਲਤਨਤ ਸਾਡੇ ਸਾਹਮਣੇ ਸਾਨੂੰ ਦੇਖਣ ਨੂੰ ਮਿਲਦੀ। ਸੋ ਮੁਹੰਮਦ ਗੌਰੀ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੁਹੰਮਦ ਗੌਰੀ ਅਟੈਕ ਦ 5 ਰਾਜਪੂਤ ਕਿੰਗਡਮਸ, ਰਾਠੌਰ ਆਫ ਕਨੌਜ, ਚੌਹਾਨਸ ਆਫ ਦਿੱਲੀ ਐਂਡ ਅਜਮੇਰ, ਦਾ ਸੋਲੰਕੀਜ਼ ਆਫ ਗੁਜਰਾਤ, ਦਾ ਪਰਮਾਰਸ ਆਫ ਜਿਹਨੂੰ ਕਹਿੰਦੇ ਆ ਮਾਲਵਾ, ਇੱਥੇ ਮਾਲਵਾਰ ਪਾਤਾ ਲੇਕਿਨ ਮਾਲਵਾ ਹੈ, ਦਾ ਚੰਦੇਲਾਜ਼ ਆਫ ਬੁੰਦੇਲਖੰਡ, ਇਹ ਵੀ ਜਿਹੜਾ ਹੈ ਸਾਨੂੰ ਦੇਖਣ ਨੂੰ ਮਿਲਦਾ ਹੈ।
ਨੈਕਸਟ ਸਲਾਈਡ ਦੇ ਵਿੱਚ ਅਸੀਂ ਦੇਖਦੇ ਹਾਂ ਮੁਹੰਮਦ ਗੌਰੀਜ਼ ਕੰਕੈਸਟ। 1175 ਦੇ ਵਿੱਚ ਮੁਹੰਮਦ ਗੌਰੀ ਨੇ ਮੁਲਤਾਨ 'ਤੇ ਜਿਹੜਾ ਹੈ ਕੈਪਚਰ ਕਰ ਲਿਆ। ਇਸ ਤੋਂ ਪਹਿਲਾਂ ਕਿ ਅਸੀਂ ਡਿਟੇਲ 'ਚ ਅੱਗੇ ਪੜ੍ਹੀਏ, ਲੇਕਿਨ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਗੱਲ ਦੱਸਣਾ, ਰੀਜ਼ਨ ਫॉर द ਇਨਵੇਜਨ ਆਫ ਇੰਡੀਆ ਬਾय ਮੁਹੰਮਦ ਗੌਰੀ। ਸੋ ਕੀ ਕਾਰਨ ਸੀ ਕਿ ਮੁਹੰਮਦ ਗੌਰੀ ਨੇ ਭਾਰਤ 'ਤੇ ਹਮਲੇ ਕੀਤੇ? ਇਟ ਇਜ਼ ਪੁਆਇੰਟਡ ਆਊਟ ਦੈਟ ਹੀ ਵਾਜ਼ ਅ ਵੈਰੀ ਐਂਬੀਸ਼ੀਅਸ ਐਂਡ ਐਂਟਰਪ੍ਰਾਈਜ਼ਿੰਗ ਪ੍ਰਿੰਸ। ਬੜਾ ਹੀ ਆਪਾਂ ਕਹਿ ਦਈਏ ਕਿ ਉਹਦੀ ਆਕਾਂक्षाਵਾਂ ਬਹੁਤ ਜ਼ਿਆਦਾ ਸੀ, ਇੱਛਾਵਾਂ ਬਹੁਤ ਜ਼ਿਆਦਾ ਸੀ, ਐਂਬੀਸ਼ੀਅਸ ਸੀ ਔਰ ਜਿੱਤਣਾ ਚਾਹੁੰਦਾ ਸੀ ਬਹੁਤ ਸਾਰੇ ਇਲਾਕੇ। ਉਹ ਇਹ ਮੰਨਦਾ ਸੀ ਕਿ ਕਿਉਂਕਿ ਪੰਜਾਬ ਜਿਹੜਾ ਹੈ ਉਹ ਗਜ਼ਨੀ ਦੇ ਐਮਪਾਇਰ ਆਫ ਗਜ਼ਨੀ ਦਾ ਹਿੱਸਾ ਰਿਹਾ, ਇਸ ਕਰਕੇ ਉਹ ਕਹਿੰਦਾ ਕਿ ਮੈਂ ਪੰਜਾਬ ਦੇ ਉੱਪਰ, ਕਿਉਂਕਿ ਗਜ਼ਨੀ ਦਾ ਰਾਜ ਮੇਰੇ ਕੋਲ ਹੈ, ਤਾਂ ਜਿਹੜਾ ਇਲਾਕਾ ਹੈ ਪੰਜਾਬ ਦਾ ਉਹ ਵੀ ਮੇਰੇ ਕੋਲ ਹੋਣਾ ਚਾਹੀਦਾ ਹੈ। ਲੀਗਲ ਹੇਅਰ ਹਾਂ ਮੈਂ ਪੰਜਾਬ ਦਾ ਵੀ। ਆਪਣੀ ਤਾਕਤ ਨੂੰ ਵਧਾਉਣਾ ਚਾਹੁੰਦਾ ਸੀ, ਆਪਣੀ ਪੈਸੇ ਨੂੰ ਵਧਾਉਣਾ ਚਾਹੁੰਦਾ ਸੀ, ਸੇਮ ਜੋ ਮਹਿਮੂਦ ਗਜ਼ਨਵੀ ਚਾਹੁੰਦਾ ਸੀ। ਬੀਇੰਗ ਏ ਮੁਸਲਿਮ ਹੀ ਵੁੱਡ ਲਾਈਕ ਟੂ ਕੰਕਰ ਦ ਹਿੰਦੂਜ਼ ਆਫ ਇੰਡੀਆ ਐਂਡ ਸਪਰੈਡ ਇਸਲਾਮ ਇਨ ਦੈਟ ਕੰਟਰੀ। ਉਹ ਹਿੰਦੂਆਂ ਨੂੰ ਜਿੱਤਣਾ ਚਾਹੁੰਦਾ ਸੀ ਅਤੇ ਇਸ ਦੇਸ਼ ਦੇ ਵਿੱਚ ਮੁਸਲਿਮ ਰਾਜ ਦੀ ਸਥਾਪਨਾ ਕਰਨਾ ਚਾਹੁੰਦਾ ਸੀ। ਇਹ ਵੀ ਉਸ ਦਾ ਜਿਹੜਾ ਹੈ ਪਰਸਨਲ ਇਸ਼ੂ ਸਾਨੂੰ ਦੇਖਣ ਨੂੰ ਮਿਲਦਾ ਹੈ। ਅੱਗੇ ਵਧਦੇ ਹਾਂ ਤਾਂ ਉਹਦੇ ਹਮਲਿਆਂ ਦੀ ਗੱਲ ਕੀਤੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੁਲਤਾਨ ਅਤੇ ਸਿੰਧ ਦੇ ਉੱਪਰ ਪਹਿਲਾ ਹਮਲਾ ਜਿਹੜਾ ਹੈ ਉਹਨੇ ਕੀਤਾ। 1175 ਵਿੱਚ ਮੁਲਤਾਨ 'ਤੇ ਹਮਲਾ ਕੀਤਾ ਗਿਆ। ਹੈਰੇਟਿਕਸ ਇੱਕ ਸ਼ਬਦ ਯੂਜ਼ ਕਰਦੇ ਆ ਇੱਥੇ, ਵਿਧਰਮੀ, ਜਿਹਨੂੰ ਅਸੀਂ ਕਹਿੰਦੇ ਹਾਂ ਵਿਧਰਮੀ, ਜਿਹੜੇ ਦੂਜੇ ਧਰਮ ਦੇ ਹੋਣ ਉਹਨਾਂ ਨੂੰ ਈਜ਼ੀਲੀ, ਯਾਨੀ ਜੋ ਵੀ ਉੱਥੇ ਬੇਸਿਕਲੀ ਸੀ ਉਹਨਾਂ ਨੂੰ ਹਰਾ ਕੇ ਉਹਦੇ ਉੱਪਰ ਕਬਜ਼ਾ ਕਰ ਲਿਆ ਗਿਆ। ਉਸ ਤੋਂ ਬਾਅਦ ਮੁਲਤਾਨ ਤੋਂ ਬਾਅਦ ਉਹ ਉੱਚ ਅਪਰ ਸਿੰਧ ਦੇ ਵਿੱਚ ਇੱਕ ਇਲਾਕਾ ਹੈ, ਉੱਚ ਦਾ ਇਲਾਕਾ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਇਹ ਦੱਸਿਆ ਗਿਆ, ਜਦੋਂ ਉਹਨਾਂ ਨੂੰ ਜਿਹੜਾ ਹੈ ਗੁਰੂ ਸਾਹਿਬ ਜਦੋਂ ਲੜਾਈ ਤੋਂ ਬਾਅਦ ਜਦੋਂ ਨਿਕਲੇ ਸੀ, ਜਦੋਂ ਉਸ ਸਮੇਂ ਉਹ ਜਾ ਰਹੇ ਸੀ ਅਤੇ ਉਹਨਾਂ ਨੂੰ ਉੱਚ ਦਾ ਪੀਰ ਕਹਿ ਕੇ ਉੱਥੋਂ ਲਿਜਾਂਦਾ ਗਿਆ। ਉੱਚ ਇੱਕ ਇਲਾਕਾ ਅਪਰ ਸਿੰਧ ਦੇ ਵਿੱਚ, ਜਿਹੜੇ ਬੜਾ ਫੇਮਸ ਇਲਾਕਾ ਹੈ, ਔਰ ਉੱਥੇ ਵੀ ਇਹਨੇ ਕਬਜ਼ਾ ਕੀਤਾ। ਇੱਕ ਕਹਾਣੀ ਦੇ ਬਾਰੇ ਬੜੀ ਪ੍ਰਚਲਿਤ ਹੈ, ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਦ ਰਿਲੇਸ਼ਨ ਬਿਟਵੀਨ ਦ ਰੂਲਰ ਆਫ ਭੱਟੀ ਐਂਡ ਹਿਜ਼ ਵਾਈਫ ਵਰ ਸਟ੍ਰੇਨਡ। ਕਹਿੰਦੇ ਨੇ ਕਿ ਜੋ ਉੱਚ ਦਾ ਰਾਜਾ ਸੀ, ਭੱਟੀ ਰੂਲਰ ਰਾਜਪੂਤ ਸੀ, ਉਹਦੀ ਆਪਣੀ ਪਤਨੀ ਨਾਲ ਬਣਦੀ ਨਹੀਂ ਸੀ। ਮੁਹੰਮਦ ਗੌਰੀ ਨੇ ਇਸ ਗੱਲ ਦਾ ਫਾਇਦਾ ਚੱਕਿਆ ਅਤੇ ਕਿਹਾ ਭੱਟੀ ਦੀ ਘਰ ਵਾਲੀ ਨੂੰ, ਉਹਨਾਂ ਦੀ ਵਾਈਫ ਨੂੰ, ਕਿ ਤੂੰ ਜਿਹੜਾ ਹੈ ਆਪਣੇ ਰਾਜੇ ਨੂੰ ਮਾਰ ਦੇ, ਆਪਣੇ ਘਰ ਵਾਲੇ ਨੂੰ ਮਾਰ ਦੇ, ਮੈਂ ਤੇਰੀ ਕੁੜੀ ਨੂੰ ਆਪਣੀ ਰਾਣੀ ਬਣਾ ਲਵਾਂਗਾ, ਯਾਨੀ ਆਪਣੀ ਜਿਹੜੀ ਹੈ ਤੇਰੀ ਡਾਟਰ ਨੂੰ ਜਿਹੜੀ ਹੈ ਉਹ ਮੈਂ ਅਪਣਾ ਲਵਾਂਗਾ, ਸ਼ਾਦੀ ਕਰ ਲਵਾਂਗਾ ਉਹਦੇ ਨਾਲ। ਕਹਿੰਦੇ ਨੇ ਕਿ ਕੁਈਨ ਨੇ ਆਪਣੇ ਰਾਜੇ ਨੂੰ, ਆਪਣੇ ਘਰ ਵਾਲੇ ਨੂੰ ਪੋਇਜ਼ਨ ਕਰ ਦਿੱਤਾ, ਜ਼ਹਿਰ ਖਵਾ ਦਿੱਤਾ। ਬਟ ਕਹਿੰਦੇ ਨੇ ਕਿ ਉਹਦੀ ਡਾਟਰ ਜਿਹੜੀ ਹੈ ਉਹ ਉਹਦੀ ਪਟਰਾਣੀ ਨਹੀਂ ਬਣ ਸਕੀ, ਗੌਰੀ ਦੀ ਚੀਫ ਲੇਡੀ ਨਹੀਂ ਬਣ ਸਕੀ, ਉਹਦੇ ਹਰਮ ਦੀ ਇੱਕ ਆਮ ਲੇਡੀ ਬਣ ਕੇ ਰਹਿ ਗਈ। ਸਕਾਲਰਸ ਕਹਿੰਦੇ ਨੇ ਕਿ ਕਹਾਣੀ ਸਹੀ ਨਹੀਂ ਹੈ, ਔਰ ਈਵਨ ਇਹ ਵੀ ਕਹਿੰਦੇ ਨੇ ਕਿ ਉਸ ਸਮੇਂ ਪੱਟੀ ਰਾਜਪੂਤ ਉੱਥੇ ਰਾਜ ਨਹੀਂ ਕਰਦੇ ਸੀ ਇਸ ਇਲਾਕੇ ਦੇ ਵਿੱਚ, ਸਿੰਧ ਦੇ ਇਲਾਕੇ 'ਚ। ਉਹ ਨਾ ਹੀ ਜਿਹੜਾ ਉੱਚ ਦਾ ਰੂਲਰ ਸੀ ਉਹ ਉਸ ਸਮੇਂ ਇੱਕ ਮੁਸਲਿਮ ਰੂਲਰ ਸੀ, ਕੋਈ ਰਾਜਪੂਤ ਰੂਲਰ ਨਹੀਂ ਸੀ। 1182 ਦੇ ਵਿੱਚ ਇਨ 1182 ਦੇ ਵਿੱਚ ਮੁਹੰਮਦ ਗੌਰੀ ਨੇ ਲੋਅਰ ਸਿੰਧ, ਯਾਨੀ ਨੀਵੇਂ ਸਿੰਧ, ਨਿਚਲੇ ਹਿੱਸੇ ਦੇ ਸਿੰਧ ਦੇ, ਪਹਿਲੇ ਅਪਰ ਸਿੰਧ ਫਿਰ ਲੋਅਰ ਸਿੰਧ ਦੇ ਵਿੱਚ ਉੱਪਰ ਜਿਹੜਾ ਹੈ ਕਬਜ਼ਾ ਕਰ ਲਿਆ। ਸੈਕਿੰਡ ਉਹਦੀ ਜਿੱਤ ਜਿਹੜੀ ਇੱਥੇ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ। ਲੇਟਰ ਹੀ ਡਿਫੀਟਡ ਦ ਸੋਲੰਕੀਜ਼ ਆਫ ਗੁਜਰਾਤ। ਅਨਹਿਲਵਾੜਾ ਰਾਜਾ ਸੀ ਭੀਮ ਦੂਜਾ, ਵਘੇਲਾ ਰੂਲਰ ਸੀ ਗੁਜਰਾਤ ਦਾ, ਵਘੇਲਾ ਰਾਜਾ, ਵਘੇਲਾ ਜਾਤ ਦਾ ਰਾਜਾ ਸੀ। ਕਹਿੰਦੇ ਨੇ ਕਿ ਹਾਊਐਵਰ ਹੀ ਵਾਜ਼ ਡਿਫੀਟਡ ਬਾਈ ਇਟਸ ਰੂਲਰ। ਇਹਦੇ ਜਿਹੜਾ ਮੰਨ ਕੇ ਚੱਲਦੇ ਹਾਂ ਕਿ ਮੁਹੰਮਦ ਗੌਰੀ ਇਸ ਤੋਂ ਹਾਰ ਗਿਆ, ਔਰ ਉਸ ਤੋਂ ਬਾਅਦ ਤੁਸੀਂ ਮੰਨੋ ਕਿ ਹੀ ਹੈਡ ਟੂ ਰਿਟਰੇਸ ਹਿਜ਼ ਸਟੈਪਸ, ਦੁਬਾਰਾ ਉਸ ਨੂੰ ਜਿਹੜਾ ਹੈ ਇਹ ਹਮਲਾ ਕਰਨਾ ਪਿਆ। ਕਹਿੰਦੇ ਨੇ ਕਿ ਹਬੀਬੁੱਲਾ ਜੋ ਇੱਕ ਇਤਿਹਾਸਕਾਰ ਹੈ ਉਹ ਕਹਿੰਦੇ ਨੇ ਕਿ ਮੁਹੰਮਦ ਗੌਰੀ ਬੜਾ ਲੱਕੀ ਸੀ ਕਿ ਆਪਣੀ ਸੈਨਾ ਨਾਲ ਭੱਜਣ 'ਚ ਕਾਮਯਾਬ ਰਿਹਾ, ਹਾਲਾਂਕਿ ਇਹ ਹਮਲਾ ਜਿਹੜਾ ਉਹਦਾ ਬਹੁਤਾ ਵਧੀਆ ਨਹੀਂ ਰਿਹਾ, ਇਹ ਵੀ ਕਿਹਾ ਜਾਂਦਾ ਹੈ। ਹੀ ਕੌਂਕਰਡ ਪੇਸ਼ਾਵਰ, ਸਿਆਲਕੋਟ ਐਂਡ ਪੰਜਾਬ। ਹੁਣ ਅਗਲਾ ਆਉਂਦਾ ਹੈ ਪੰਜਾਬ। ਕਹਿੰਦੇ ਕਿ ਬੇਸ਼ੱਕ ਗੌਰੀ ਜਿਹੜਾ ਹੈ ਉਹ ਗੁਜਰਾਤ, ਮੁਲਤਾਨ, ਸਿੰਧ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਉਹਨੂੰ ਪਤਾ ਸੀ ਕਿ ਜਿਹੜਾ ਹਿੰਦੁਸਤਾਨ ਦੀ ਚਾਬੀ ਹੈ, ਕੀ ਆਫ ਹਿੰਦੁਸਤਾਨ ਜਿਹੜਾ ਹੈ ਉਹ ਪੰਜਾਬ ਤੋਂ ਹੋ ਕੇ ਜਾਂਦੀ ਹੈ। 1179 ਦੇ ਵਿੱਚ
he attacked and captured Peshawar, which was under the ruler of Punjab, ਜੋ ਕਿ ਪੰਜਾਬ ਦੇ ਰੂਲਰ ਦੇ ਅਧੀਨ ਆਉਂਦਾ ਸੀ। 1181 ਦੇ ਵਿੱਚ in 1181 AD ਮੁਹੰਮਦ ਗੋਰੀ proceeded against ਖੁਸਰੋ ਮਲਿਕ। ਸੋ ਕਹਿੰਦੇ ਨੇ ਖੁਸਰੋ ਮਲਿਕ ਜੋ ਉਸ ਸਮੇਂ ਸ਼ਾਸਕ ਸੀ ਉਹਦੇ ਖਿਲਾਫ ਜਿਹੜਾ ਹੈ ਇਹ ਮੁਹਿੰਮ ਭੇਜੀ ਗਈ ਮੁਹੰਮਦ ਗੌਰੀ ਦੀ। ਖੁਸਰੋ ਲੜਦਾ ਇਹ ਤੋਂ ਲੜੇ ਬਗੈਰ ਹੀ ਉਸਨੇ ਮੁਹੰਮਦ ਗੌਰੀ ਦੇ ਅੱਗੇ ਆਪਣੀ ਹਾਰ ਮੰਨ ਲਈ, ਉਹਦੀ ਈਨ ਮੰਨ ਲਈ ਔਰ ਉਹਨੂੰ ਬੜੇ ਕੋਸਟਲੀ ਗਿਫਟ ਭੇਜੇ ਔਰ ਆਪਣੇ ਪੁੱਤਰ ਨੂੰ ਉਹਦੇ ਬੰਦੀ ਵਜੋਂ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਅਬੁਲ ਮੁਜ਼ੱਫਰ ਖੁਸਰੋ ਮਲਿਕ ਯਾਨੀ ਜਿਹਦੀ ਮੈਂ ਗੱਲ ਕਰ ਰਿਹਾ ਸੀ ਔਰ ਇਹ 1185 ਦੇ ਵਿੱਚ ਹੀ ਅਟੈਕਡ ਦਾ ਪੰਜਾਬ ਵੰਸ ਅਗੇਨ ਅਤੇ ਉਸਨੇ ਪੰਜਾਬ ਦੇ ਬਹੁਤ ਸਾਰੇ ਇਲਾਕੇ 1185 'ਚ ਹਮਲਾ ਦੁਬਾਰਾ ਕੀਤਾ ਔਰ ਬਹੁਤ ਸਾਰੇ ਇਲਾਕੇ ਜਿੱਤ ਲਏ। ਕਹਿੰਦੇ ਨੇ ਕਿ ਇਸ ਤੋਂ ਬਾਅਦ ਉਸਨੇ ਸਿਆਲਕੋਟ ਦੇ ਇਲਾਕੇ ਦੇ ਉੱਪਰ ਵੀ ਕਬਜ਼ਾ ਕਰ ਲਿਆ ਅਤੇ ਉੱਥੇ ਆਪਣੀਆਂ ਫੌਜਾਂ ਡਿਪਿਊਟ ਕਰ ਦਿੱਤੀਆਂ। ਜਦੋਂ ਖੁਸਰੋ ਮਲਿਕ ਨੂੰ ਲੱਗਿਆ ਕਿ ਪੰਜਾਬ ਉਹਦੇ ਹੱਥੋਂ ਖੋਇਆ ਜਾ ਰਿਹਾ ਹੈ, ਹੌਲੀ ਹੌਲੀ ਗੋਰੀ ਇਲਾਕੇ ਜਿੱਤਦਾ ਜਾ ਰਿਹਾ ਹੈ, ਤਾਂ ਖੁਸਰੋ ਮਲਿਕ ਨੇ ਸੰਧੀ ਕਰ ਲਈ ਖੋਖਰਾਂ ਨਾਲ। ਖੋਖਰ ਜਾਤੀ ਦੇ ਜਿਹੜੇ ਕਬੀਲੇ ਦੇ ਲੋਕ ਸੀ ਉਹਨਾਂ ਨਾਲ ਸੰਧੀ ਕਰ ਲਈ ਅਤੇ ਉਹਨਾਂ ਦੀ ਹੈਲਪ ਨਾਲ ਖੁਸਰੋ ਮਲਿਕ ਨੇ ਜਿਹੜਾ ਹੈ ਸਿਆਲਕੋਟ ਜਿੱਤਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸਿਆਲਕੋਟ ਦੁਬਾਰਾ ਜਿੱਤ ਨਹੀਂ ਸਕਿਆ। 1186 ਈਸਵੀ ਦੇ ਵਿੱਚ ਮੁਹੰਮਦ ਗੌਰੀ ਨੇ ਦੁਬਾਰਾ ਪੰਜਾਬ 'ਤੇ ਹਮਲਾ ਕੀਤਾ ਅਤੇ ਲਾਹੌਰ ਨੂੰ ਘੇਰਾ ਪਾ ਲਿਆ। ਇਸ ਸਮੇਂ ਉਸ ਨੂੰ ਇੱਕ ਰਾਜਾ ਚੱਕਰਦੇਵ ਜੋ ਜੰਮੂ ਦਾ ਰਾਜਾ ਸੀ ਉਸ ਨੇ ਬੁਲਾਇਆ ਸੀ, ਜੋ ਖੁਸਰੋ ਮਲਿਕ ਨਾਲ ਚੰਗੇ ਰਿਲੇਸ਼ਨ ਨਹੀਂ ਰੱਖਦਾ ਸੀ। ਹੂ ਵਾਜ਼ ਨਾਟ ਔਨ ਗੁੱਡ ਟਰਮਸ ਵਿਦ ਖੁਸਰੋ ਮਲਿਕ। ਜਦੋਂ ਮੁਹੰਮਦ ਗੌਰੀ ਖੁਸਰੋ ਮਲਿਕ ਨੂੰ ਹਰਾਉਣ ਵਿੱਚ ਨਾਕਾਮਯਾਬ ਰਿਹਾ, ਲੜਾਈ ਹੋਈ, ਇੱਕ ਪਿਚਡ ਬੈਟਲ ਹੋਈ, ਲੇਕਿਨ ਖੁਸਰੋ ਮਲਿਕ ਨਹੀਂ ਹਾਰਿਆ, ਤਾਂ ਉਸ ਸਮੇਂ ਮੁਹੰਮਦ ਗੌਰੀ ਨੇ ਛਲ ਕਪਟ ਦਾ ਸਹਾਰਾ ਲਿਆ। ਉਸਨੇ ਖੁਸਰੋ ਮਲਿਕ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਔਰ ਕਿਹਾ ਕਿ ਮੈਂ ਤੈਨੂੰ ਗਰੰਟੀ ਦਿੰਦਾ ਕਿ ਮੈਂ ਤੈਨੂੰ ਬਿਲਕੁਲ ਸਹੀ ਵਤੀਰਾ ਕਰਾਂਗਾ, ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ। ਮੁਹੰਮਦ ਗੌਰੀ ਨੇ ਗੁੱਡ ਚੈਸਚਰ ਦੇ ਰੂਪ ਦੇ ਵਿੱਚ ਉਸ ਦੇ ਪੁੱਤਰ ਜੋ ਕਿ ਉਹਦੇ ਕੋਲ ਹੋਸਟੇਜ ਦੇ ਰੂਪ ਦੇ ਵਿੱਚ, ਕੈਦੀ ਦੇ ਰੂਪ ਦੇ ਵਿੱਚ, ਉਹਨੂੰ ਵੀ ਛੱਡ ਦਿੱਤਾ। ਜਦੋਂ ਖੁਸਰੋ ਮਲਿਕ ਉਹਦੇ ਦਰਬਾਰ 'ਚ ਗਿਆ ਤਾਂ ਉੱਥੇ ਉਹਨੂੰ ਜਿਹੜਾ ਹੈ ਵੈਨ ਦਾ ਲੇਟਰ ਕੇਮ ਆਊਟ ਟੂ ਮੀਟ ਹਿਜ਼ ਸਨ, ਆਪਣੇ ਪੁੱਤਰ ਨੂੰ ਮਿਲਣ ਗਿਆ, ਹੀ ਵਾਜ਼ ਮੇਡ ਅ ਪ੍ਰਿਜ਼ਨਰ ਐਂਡ ਲੇਟਰ ਔਨ ਪੁੱਟ ਟੂ ਡੈਥ। ਉਸ ਨੂੰ ਉੱਥੇ ਕੈਦ ਕਰ ਲਿਆ ਅਤੇ ਬਾਅਦ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ। ਇਹ ਚਾਲ ਜਿਹੜੀ ਚਲੀ ਉਸ ਸਮੇਂ ਮੁਹੰਮਦ ਗੌਰੀ ਨੇ। ਅਗਲਾ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਬੈਟਲ ਆਫ ਤਰਾਇਨ। ਮੁਹੰਮਦ ਗੌਰੀ ਡਿਫੀਟਿਡ ਪ੍ਰਿਥਵੀਰਾਜ ਚੌਹਾਨ ਬਟ ਹੀ ਨੈਰੋਲੀ escaped from being killed। ਸੋ ਇਸ ਲੜਾਈ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਹਾਰ ਗਿਆ ਜਿਹੜਾ ਹੈ ਮੁਹੰਮਦ ਗੌਰੀ ਔਰ ਤਰਾਇਨ ਦੀ ਪਹਿਲੀ ਲੜਾਈ 1191 AD ਦੇ ਵਿੱਚ ਹੋਈ। ਪ੍ਰਿਥਵੀਰਾਜ ਚੌਹਾਨ ਜਿਹੜਾ ਹੈ ਔਰ ਰਾਏ ਪਿਥੌਰਾ ਦੋਨਾਂ ਨੇ ਮਿਲ ਕੇ ਜਿਹੜਾ ਹੈ ਉਹ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹਦੀ ਜਿਹੜੀ ਕਿਉਂਕਿ ਗਜ਼ਨੀ ਪਹਿਲੇ ਹੀ ਬਹੁਤ ਲੁੱਟਮਾਰ ਮਚਾ ਚੁੱਕਿਆ ਸੀ, ਇਸ ਸਮੇਂ ਗੌਰੀ ਇੰਨੇ ਸਾਲਾਂ ਬਾਅਦ ਜਦੋਂ ਆਇਆ ਤਾਂ ਉਸ ਤੋਂ ਰਕਸ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਿਥਵੀਰਾਜ ਚੌਹਾਨ ਬੜੀ ਵੱਡੀ ਫੌਜ ਲੈ ਕੇ ਗਿਆ। ਫਰਿਸ਼ਤਾ ਜੋ ਹਿਸਟੋਰੀਅਨ ਹੈ, ਇਤਿਹਾਸਕਾਰ ਨੇ, ਉਹ ਲਿਖਦੇ ਹੈ ਕਿ 2 ਲੱਖ ਘੋੜਸਵਾਰ ਅਤੇ 3000 ਹਾਥੀ ਜਿਹੜੇ ਨੇ ਉਹਦੀ ਫੌਜ ਵਿੱਚ ਸਨ, ਜਿਨ੍ਹਾਂ ਨੂੰ ਉਹ ਲੈ ਕੇ ਗਿਆ ਲੜਨ ਵਾਸਤੇ। ਬਹੁਤ ਸਾਰੇ ਰਾਜਪੂਤ ਰਾਜਾਵਾਂ ਨੇ ਇਹਦੀ ਮਦਦ ਕੀਤੀ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਿਥਵੀਰਾਜ ਚੌਹਾਨ ਦੀ। ਲੇਕਿਨ ਜੋ ਕਨੌਜ ਦਾ ਰਾਜਾ ਸੀ ਜਿਹਦਾ ਨਾਮ ਸੀ ਅਸੀਂ ਮੰਨ ਕੇ ਜੈਚੰਦ, ਉਹ ਸਿਰਫ ਔਰ ਸਿਰਫ ਜਿਹੜਾ ਹੈ ਇਸ ਲੜਾਈ 'ਚ ਅਲੱਗ ਰਿਹਾ। ਕਿਉਂਕਿ ਉਹਦੇ ਇਸ਼ੂਜ਼ ਸੀ ਕਿ ਉਹਦੀ ਜਿਹੜੀ ਪੁੱਤਰੀ ਸੀ, ਉਹਦੀ ਜਿਹੜੀ ਡਾਟਰ ਸੀ, ਉਹਨੂੰ ਧੱਕੇ ਨਾਲ ਭਜਾ ਕੇ ਲੈ ਗਿਆ ਸੀ ਜੋ ਹੈ ਪ੍ਰਿਥਵੀਰਾਜ ਚੌਹਾਨ। ਉਸ ਲੜਕੀ ਦਾ ਨਾਮ ਸੀ ਸੰਯੋਗਿਤਾ, ਪ੍ਰਿਥਵੀਰਾਜ ਸੰਯੋਗਿਤਾ। ਇੱਕ ਲਵ ਸਟੋਰੀ ਬੜੀ ਫੇਮਸ ਹੈ ਜਿਹੜੀ ਅਸੀਂ ਸੁਣਦੇ ਹਾਂ। ਤਰਾਇਨ ਜਿਹਦੀ ਮੈਂ ਗੱਲ ਕਰ ਰਿਹਾ 14 ਮੀਲ ਦੂਰ ਹੈ ਥਾਨੇਸਰ ਦੇ ਇਲਾਕੇ ਤੋਂ। ਅੱਜ ਕੱਲ੍ਹ ਤਰਾਵੜੀ ਦਾ ਇਲਾਕਾ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਤਰਾਇਨ ਦਾ ਇਲਾਕਾ ਹੈ। ਮੁਹੰਮਦ ਗੌਰੀ ਅਟੈਕਡ ਗੋਬਿੰਦਰਾਜ। ਕਹਿੰਦੇ ਨੇ ਮੁਹੰਮਦ ਗੌਰੀ ਨੇ ਗੋਬਿੰਦਰਾਜ ਜੋ ਭਾਈ ਸੀ ਪ੍ਰਿਥਵੀਰਾਜ ਦਾ, ਉਹਦੇ ਉੱਪਰ ਹਮਲਾ ਕੀਤਾ। ਉਸ ਦੇ ਮੂੰਹ 'ਤੇ ਤਲਵਾਰ ਮਾਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਮੰਨ ਕੇ ਚੱਲੀਏ ਕਿ ਗੋਬਿੰਦਰਾਜ ਨੇ ਬੜੀ ਜਲਦੀ ਬਚਾਉਂਦੇ ਹੋਏ ਆਪਣੇ ਆਪ ਨੂੰ ਉਸ ਨੇ ਮੁਹੰਮਦ ਗੌਰੀ ਦੀ ਬਾਂਹ 'ਤੇ ਵਾਰ ਕੀਤਾ ਔਰ ਉਹਨੂੰ ਬੜਾ ਹੀ ਡੂੰਘਾ ਜ਼ਖਮ ਦੇ ਦਿੱਤਾ। ਮੁਹੰਮਦ ਗੌਰੀ ਜਿਹੜਾ ਹੈ ਘਾਇਲ ਹੋ ਗਿਆ, ਖੂਨ ਆਉਣ ਲੱਗਿਆ ਔਰ ਉਹ ਆਪਣੇ ਘੋੜੇ ਤੋਂ ਗਿਰਨ ਹੀ ਵਾਲਾ ਸੀ ਜਦ ਇੱਕ ਖਿਲਜੀ ਸੋਲਜਰ ਨੇ ਉਸ ਨੂੰ ਬਚਾ ਲਿਆ ਅਤੇ ਉਸ ਨੂੰ ਬੈਟਲ 'ਚੋਂ ਦੂਰ ਲੈ ਗਿਆ।
ਬੜੀ ਮੁਸ਼ਕਿਲ ਦੇ ਵਿੱਚ ਹਾਲਾਤ ਉਸ ਸਮੇਂ ਉਹਨੂੰ ਫੇਸ ਕਰਨੇ ਪਏ। ਮੁਸਲਿਮ ਆਰਮੀ ਹਰ ਪਾਸੇ ਭੱਜਣਾ ਪੈ ਗਈਆਂ ਔਰ ਬੜੀ ਮੁਸ਼ਕਿਲ ਨਾਲ ਕਹਿੰਦੇ ਨੇ ਕਿ 40 ਮੀਲ ਜਿਹੜਾ ਹੈ ਉਹ ਇਹਨਾਂ ਨੂੰ ਪਿੱਛਾ ਕੀਤਾ ਗਿਆ। ਲੇਕਿਨ ਮਹਿਮੂਦ ਜਿਹੜਾ ਮੁਹੰਮਦ ਗੌਰੀ ਹੈ ਇਹ escape ਹੋਣ ਦੇ ਵਿੱਚ, ਭੱਜਣ ਦੇ ਵਿੱਚ ਕਾਮਯਾਬ ਰਹਿ ਗਿਆ, ਹੋ ਗਿਆ। ਰਾਜਪੂਤਾਂ ਨੇ ਬੜੀ ਮੁਸ਼ਕਿਲ ਨਾਲ ਸਰਹੰਦ ਵੀ ਜਿੱਤ ਲਿਆ, ਇਲਾਕਾ ਜਿੱਤ ਲਿਆ। ਲੇਕਿਨ ਗੌਰੀ ਜਦੋਂ ਉੱਥੇ ਪਹੁੰਚਿਆ ਵਾਪਸ ਆਪਣੇ ਇਲਾਕੇ ਦੇ ਵਿੱਚ, ਤਾਂ ਇਸਨੇ ਸਭ ਤੋਂ ਪਹਿਲੇ ਆਪਣੇ ਸਾਥੀਆਂ ਨੂੰ ਸਜ਼ਾ ਦਿੱਤੀ। ਉਹਨਾਂ ਨੂੰ ਉਹ ਆਫੀਸਰ ਅਤੇ ਉਹ ਸੋਲਜਰਸ ਜਿਹੜੇ ਉਸ ਸਮੇਂ ਬੈਟਲਫੀਲਡ 'ਚੋਂ ਭੱਜ ਗਏ ਕਿਉਂਕਿ ਗੌਰੀ ਘਾਇਲ ਹੋ ਗਿਆ ਸੀ, ਔਰ ਉਸ ਨੂੰ ਜਿਹੜੀ ਹੈ ਸਜ਼ਾ ਦਿੱਤੀ ਗਈ। ਹਾਂਜੀ, ਤਾਂ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲੇ ਉਹਨੂੰ ਸਜ਼ਾ ਦਿੱਤੀ ਗਈ, ਉਸ ਤੋਂ ਬਾਅਦ ਜਦੋਂ ਸਜ਼ਾ ਦੇਣ ਤੋਂ ਬਾਅਦ ਦੁਬਾਰਾ ਹਮਲਾ ਜਿਹੜਾ ਹੈ ਉਹ ਕੀਤਾ ਗਿਆ 1192 ਦੇ ਵਿੱਚ। ਜਿਹੜੀ ਦੂਜੀ ਤਰਾਇਨ ਦੀ ਲੜਾਈ ਹੋਈ ਉਹਦੇ ਵਿੱਚ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਨ ਦਾ ਸੈਕੰਡ ਬੈਟਲ ਤਰਾਇਨ ਹੀ ਡਿਫੀਟਡ ਪ੍ਰਿਥਵੀਰਾਜ। ਲੇਟਰ he also defeated Jai Chand of ruler of Kannauj of the ruler of Kannauj in 80 AD 1198। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਨਾਲ ਦੀ ਨਾਲ ਜਿਹੜੀ ਹੈ ਚੰਦਾਵਰ ਦੀ ਲੜਾਈ ਉਹ ਲੜੀ ਗਈ। ਜਿਹੜੀ ਆਪਾਂ ਗੱਲ ਕਰਦੇ ਹਾਂ ਬੈਟਲ ਆਫ ਚੰਦਾਵਰ ਜਿਹਨੂੰ ਅਸੀਂ ਮੰਨਦੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਇੱਥੇ ਡੇਟ ਸ਼ਾਇਦ ਮੇ ਵੀ ਗਲਤ ਲਿਖੀ ਹੈ, 1192 ਵਿੱਚ ਹੀ ਚੰਦਾਵਰ ਦੀ ਲੜਾਈ ਲੜੀ ਗਈ ਸੀ ਔਰ ਉਹਦੇ ਵਿੱਚ ਜਿਹੜੀ ਹੈ ਉਹ ਹਾਰ ਹੋਈ ਜੈਚੰਦ ਗੜਵਾਲ ਦੀ, ਜਿਹਨੂੰ ਅਸੀਂ ਮੰਨਦੇ ਹਾਂ। ਅਤੇ ਸੈਕਿੰਡ ਬੈਟਲ ਆਫ ਤਰਾਇਨ ਪੁੱਟ ਐਨ ਐਂਡ ਟੂ ਦਾ ਰਾਜਪੂਤ ਡਾਇਨੈਸਟੀ। ਇਸ ਲੜਾਈ ਨੇ, ਦੂਜੀ ਬੈਟਲ ਜਿਹੜੀ ਸੀ ਤਰਾਇਨ ਦੀ, ਇਸ ਨੇ ਰਾਜਪੂਤਾਂ ਦੀ ਜਿਹੜੀ ਹੈ ਉਹ ਡਾਇਨੈਸਟੀ ਦਾ ਤੁਸੀਂ ਮੰਨ ਕੇ ਚੱਲੋ ਇੱਕ ਤਰ੍ਹਾਂ ਦਾ ਅੰਤ ਹੀ ਕਰ ਦਿੱਤਾ। ਇਹਦੀ ਵੀ ਕਹਾਣੀ ਬੜੀ ਮਸ਼ਹੂਰ ਹੈ। ਕਹਿੰਦੇ ਨੇ ਚੰਦਰ ਬਰਦਾਈ ਆਪਣੀ ਕਿਤਾਬ ਪ੍ਰਿਥਵੀਰਾਜ ਰਾਸੋ ਦੇ ਵਿੱਚ ਲਿਖਦਾ ਹੈ ਕਿ ਪ੍ਰਿਥਵੀਰਾਜ ਨੂੰ ਪਕੜ ਕੇ ਲਿਜਾਂਦਾ ਗਿਆ ਗੌਰ, ਔਰ ਜਦੋਂ ਉਹਨੂੰ ਲਿਜਾਂਦਾ ਗਿਆ ਉੱਥੇ ਗਜ਼ਨੀ ਦੇ ਇਲਾਕੇ ਦੇ ਵਿੱਚ, ਤਾਂ ਉੱਥੇ ਕਹਿੰਦੇ ਨੇ ਕਿ ਇੱਥੇ ਉਹਨੂੰ ਮਾਰ ਦਿੱਤਾ ਗਿਆ। ਬੜੀ ਇੱਕ ਹੋਰ ਵੀ ਬੜੀ ਅਲਟੀਮੇਟ ਸਟੋਰੀ ਹੈ। ਕਹਿੰਦੇ ਨੇ ਕਿ ਪ੍ਰਿਥਵੀਰਾਜ ਚੌਹਾਨ ਨੂੰ ਅੰਨਾ ਕਰ ਦਿੱਤਾ ਗਿਆ ਔਰ ਚੰਦਰ ਬਰਦਾਈ ਉੱਥੇ ਪਹੁੰਚਿਆ ਅਤੇ ਉਸ ਦੀ ਮਦਦ ਨਾਲ ਫਿਰ ਉਸਨੇ ਪ੍ਰਿਥਵੀਰਾਜ ਚੌਹਾਨ ਨੇ ਗੌਰੀ ਦੇ ਜਿਹੜਾ ਹੈ ਵੱਧ ਕਰ ਦਿੱਤਾ। ਗੌਰੀ ਨੂੰ ਤੀਰ ਮਾਰ ਕੇ ਮਾਰ ਦਿੱਤਾ ਔਰ ਫਿਰ ਪ੍ਰਿਥਵੀਰਾਜ ਚੌਹਾਨ ਅਤੇ ਚੰਦਰ ਬਰਦਾਈ ਦੋਨਾਂ ਨੂੰ ਮਾਰ ਦਿੱਤਾ ਗਿਆ। ਇਹ ਪ੍ਰਿਥਵੀਰਾਜ ਰਾਸੋ ਦੀ ਕਹਾਣੀ ਹੈ ਜੋ ਚੰਦਰ ਬਰਦਾਈ ਦਰਬਾਰੀ ਕਵੀ ਪ੍ਰਿਥਵੀਰਾਜ ਚੌਹਾਨ ਦਾ ਦੋਸਤ ਵੀ ਸੀ ਪ੍ਰਿਥਵੀਰਾਜ ਚੌਹਾਨ ਦਾ, ਉਹ ਇਹ ਲਿਖਦਾ ਹੈ। ਬੜੀ ਫੇਮਸ ਸਟੋਰੀ ਹੈ, ਤੁਸੀਂ ਅਗਰ ਪੜ੍ਹੋ ਬੜੇ ਧਿਆਨ ਨਾਲ ਤਾਂ ਕਾਫੀ ਅੱਛੀ ਸਟੋਰੀ ਤੁਹਾਨੂੰ ਇਹ ਲੱਗੇਗੀ। ਸੋ ਅੱਗੇ ਵਧਦੇ ਹਾਂ ਜੀ। ਨੈਕਸਟ ਤੁਸੀਂ ਇਹ ਦੇਖ ਰਹੇ ਹੋ ਮੈਪ, ਤੁਹਾਡੀ ਸਕਰੀਨ ਦੇ ਉੱਪਰ ਕੁਝ ਫਿੱਕਾ ਜਿਹਾ ਮੈਪ ਹੈ ਲੇਕਿਨ ਤੁਹਾਨੂੰ ਦਿਖ ਰਿਹਾ ਹੋਏਗਾ ਅਜਮੇਰ ਰਾਜਪੂਤਾਨਾ ਇਹ ਜਿਹੜਾ ਇਲਾਕਾ ਹੈ ਇਹ ਸਾਰਾ। ਇੱਥੇ ਤੁਸੀਂ ਮੁਲਤਾਨ ਸਾਈਡ 'ਤੇ ਬਿਲਕੁਲ ਕਾਰਨਰ 'ਤੇ ਅਗਰ ਮੈਂ ਤੁਹਾਨੂੰ ਮਾਰਕ ਕਰਕੇ ਦਿਖਾਵਾਂ, ਦਿਸ ਇਜ਼ ਆ ਦੇਖੋ ਉੱਪਰ ਆ ਕਾਰਨਰ 'ਤੇ ਮੁਲਤਾਨ ਦੇਖ ਰਹੇ ਹੋ, ਦਿਸ ਇਜ਼ ਰਾਜਪੂਤਾਨਾ ਦਾ ਇਲਾਕਾ ਹੈ ਔਰ ਇਹ ਹੈ ਅਜਮੇਰ ਜਿਹਨੂੰ ਮੰਨਦੇ ਹਾਂ। ਇੱਧਰ ਇਹ ਦਿੱਲੀ ਹੈ ਔਰ ਇਹ ਇਲਾਕੇ ਜਿਹੜੇ ਨੇ ਉਸ ਸਮੇਂ ਗੌਰੀ ਨੇ ਜਿੱਥੇ ਹਮਲਾ ਕੀਤਾ। ਉੱਚ ਦਾ ਇਲਾਕਾ ਆ ਰਿਹਾ, ਦਿਸ ਇਜ਼ ਉੱਚ, ਠੀਕ ਹੈ। ਤੁਹਾਨੂੰ ਪਿੰਕ ਜਿਹਾ ਦਿਖ ਰਿਹਾ ਹੋਣਾ ਔਰ ਜਿਹੜਾ ਹੈ ਇਹ ਸਾਰੇ ਇਲਾਕੇ ਇਸ ਤਰ੍ਹਾਂ ਦੇ ਹਨ। ਔਰ ਗੁਜਰਾਤ ਵਾਲਾ ਇਲਾਕਾ ਜਦੋਂ ਅਸੀਂ ਮੰਨਦੇ ਹਾਂ, ਦੇਖੋ ਤੁਸੀਂ ਗੁਜਰਾਤ ਵੀ ਦੇਖ ਰਹੇ ਹੋ, दिस इज़ गुजरात, ये है मालवा और ठीक है ये सारे इलाके तुसी देख सक रहे हो स्क्रीन पर अपने। इन्होंने इलाकों से हमले जोड़े हैं किए गए। अगे बढ़ते हैं कुतुबुद्दीन ऐबक बारे। मुहम्मद गौरी अपॉइंटेड हिज फेथफुल जनरल कुतुबुद्दीन ऐबक एज द गवर्नर ओवर हिज टैरेटरी। क्योंकि वह अपना कोई पुत्र नहीं सी और मन्निया जाता है कि कोई काबिल नहीं सी गद्दी उपर बैठे, तो उस समय उन्होंने बाकी सारों हरा के गद्दी उपर कुतुबुद्दीन ऐबक जोड़ा है बैठा गद्दी पर। ये बारे अगले चैप्टर से गल करनी है। और नैक्सट जोड़ा है वो बख्तियार खलजी। ये मन्निया जाता है कि बख्तियार खलजी वही व्यक्ति है जिसने नालंदा जो है यूनिवर्सिटी में अग लगाई सी और कहते हैं बख्तियार खलजी के उत्ते अग लाने लाइब्रेरी में अग लाई और 6 महीने किताबां जिहड़ियां सड़दियां रहियां। बहुत ही इंपॉर्टेंट यूनिवर्सिटी साडी बिहार दे विच यूनिवर्सिटी सी नालंदा यूनिवर्सिटी, उसका अंत इस बंदे ने किया। उस तो बाद कुतुबुद्दीन ऐबक ने भी हराया मथुरा, ग्वालियर, बुंदेलखंड ते मालवा के इलाकों। आप तुसी इंडिया नक्शा देख सकते हो, मैं तुहानूं जूम करके दिखा देना। सेम गल्लां वो पहले समझा चुके हैं, कोई ज़्यादा ये नवीं गल नहीं है। अगे बढ़ते हैं। डेथ ऑफ मुहम्मद गौरी डाइड वाइल ट्राइंग टू सप्रेस द रिवोल्ट ऑफ खोखर्स। खोखरां दा जिहड़ा है उन्होंने विद्रोह दबाण गए सी ते उहदी जिहड़ी है इहदे विच मृत्यु हो गई, डाइड हो गया। लेकिन चंद्र बरदाई कुछ होर लिखता है।
ਕਿਉਂਕਿ ਉਹਦਾ ਪੁੱਤਰ ਨਹੀਂ ਸੀ, ਸੋ ਗਵਰਨਰ ਬਿਕੇਮ ਇੰਡੀਪੈਂਡੈਂਟ ਰੂਲਰਸ। ਜਿੱਥੇ ਜਿੱਥੇ ਉਹਨੇ ਗਵਰਨਰ ਨਿਯੁਕਤ ਕੀਤੇ ਸੀ ਉਹ ਸਾਰੇ ਇੰਡੀਪੈਂਡੈਂਟ ਰੂਲਰ ਬਣ ਗਏ ਸੀਗੇ। फाइट हुई है आपस ਦੇ और कुतुबुद्दीन ऐबक ਜਿਹੜਾ ਹੈ ਉਹ ਗੱਦੀ ਤੇ ਕਾਬਿਜ਼ ਹੋ ਗਿਆ। डिफरेंस बिटवीन महमूद ऑफ गजनी मुहम्मद गौरी, ये थोड़ा इंटरस्टिंग है सुनो। महमूद गजनी टू लूट एंड प्लंडर इंडिया, ਭਾਰਤ ਨੂੰ ਲੁੱਟਣ ਤੇ ਜਿਹੜਾ ਹੈ ਉਹ ਲੁੱਟਣ ਆਇਆ ਸੀ। ਔਰ ਮੁਹੰਮਦ ਗੌਰੀ ਟੂ ਸੈਟ ਅਪ ਐਨ ਅੰਪਾਇਰ, ਇਸਨੇ ਇੱਕ ਅੰਪਾਇਰ ਸੈੱਟ ਕਰ ਦਿੱਤਾ ਇੰਡੀਆ, ਗਵਰਨਰ ਨਿਯੁਕਤ ਕੀਤੇ ਆਪਣੇ, ਜਿਸ ਕਰਕੇ ਇੱਕ ਅੰਪਾਇਰ ਸੈੱਟ ਹੋ ਗਿਆ। महमूद गजनी डिड नॉट अपॉइंट गवर्नर्स, मैं पहले तो दस चुके हैं। और मोहम्मद गौरी ने अपॉइंटेड फेथफुल गवर्नर्स जनरल्स हु कंटिन्यू टू एक्सपेंड द किंगडम। ठीक है जी, और अगे बढ़ते हैं। कॉज ऑफ द सक्सैस ऑफ इन्वेजनस, तुर्कों के जिद के कारण की सन, ये भी असी पढ़ांगे। सो सिंपल जी गल करिए तो देयर वर नंबर ऑफ रीजनस दैट लैड टू द डिफीट ऑफ द राजपूत्स, राजपूतों की हार दे और तुर्कों की जित के कई सारे कारण सन। कुछ इंपॉर्टेंट असी इहदे शेयर करांगे। फॉर एग्जांपल वीक वॉर मशीनरी, स्लो मूविंग एलीफेंट्स वर्सेस गुरिल्ला वारियर्स। वो घोड़े ने या गुरिल्ला, अचानक गुरिल्ला वारफेयर होंदा है अचानक किसी ते हमला करना। और जद कि राजपूतों कोलों हाथी ने, पिछले चैप्टर तुहानूं दस रहे, इसी चैप्टर के एक लड़ाई दे विच मैं तुहानूं दस रहा सी कि जो आनंदपाल है उहदा हाथी जिहड़ा है वो वापस नस गया, जिहदे करके वो लड़ाई हार गया। हाथियों के करके भी कई बारी बहुत नुकसान जो है झलना पिया। जैलसी एंड हेटड, एक दूजे नाल नफरत करना, एक दूजे तो सड़ना। पृथ्वीराज चौहान तो जयचंद का एग्जाम्पल ये सब तो वधिया। अगर जयचंद चाहता तो दुश्मनी भुला के गौरी का सामना कर सकते सी, और गौरी अगर हार जाता आपस में बाद निबड़ी जाते, लेकिन उसने साथ दिता गौरी का और बाद आप भी चंदावर की लड़ाई के हारिया। फ्यूडेटरी नेचर ऑफ द सोसाइटी, नो स्टैंडिंग आर्मी, उस समय सामंत प्रथा प्रचलित सी, सामंत सेना तैयार करते सी, कोई सेंट्रल आर्मी नहीं सी, सेंट्रल फौज नहीं सी, जिस करके इहदा नुकसान झलना पिया उस समय के राजिਆਂ ਨੂੰ। अगर सेंट्रल आर्मी होंदी, डिसिपलिनड आर्मी होंदी तो लड़ाई च हमेशा लड़न लई तैयार रहिंदी, जबकि सामंत जिहड़े हैं वो अच्छी आर्मी नहीं रखते सी। कई बारी तुहानूं पता ही है कि वो की करते सीगे कि पैसा खा जाते सी, और बाद दे विच जदों सेना भेजण दी वारी आउंदी ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੱਪੜੇ ਪਵਾ ਕੇ ਸੈਨਿਕਾਂ ਦੇ ਭਾਲੇ ਭੁੱਲੇ ਦੇ ਕੇ ਹਥਿਆਰ ਦੇ ਕੇ ਉਹਨਾਂ ਨੂੰ ਭੇਜ ਦਿੰਦੇ ਸੀ। ਇਸ ਤਰ੍ਹਾਂ ਦੀ ਫੌਜ ਕੀ ਲੜੇਗੀ? ਸੋ ਇਹ ਵੀ ਇੱਕ ਨੁਕਸਾਨ ਸੀ। ਫਾਈਟਿੰਗ ਬਿਟਵੀਨ ਦਾ ਫਿਊਡਲ ਲਾਰਡਸ, ਸਮੰਤਾਂ ਦਾ ਆਪਸ ਵਿੱਚ ਲੜਨਾ, ਸਮੰਤ ਆਪਸ ਵਿੱਚ ਹੀ ਲੜੀ ਜਾਂਦੇ ਸੀਗੇ, ਉਹਨਾਂ ਦਾ ਕੋਈ ਜਿਹੜਾ ਹੈ ਹਾਲਾਤ ਬਹੁਤੇ ਵਧੀਆ ਨਹੀਂ ਸੀ। ਲੈਕਟ ਵਿਗਰ ਐਂਡ ਡਿਟਰਮੀਨੇਸ਼ਨ, ਬੜੀ ਘਾਟ ਸੀ ਜਿਹੜੀ ਹੈ ਡਿਟਰਮੀਨੇਸ਼ਨ ਦੀ, ਸਾਨੂੰ ਹੈ ਬਹਾਦਰੀ ਦੀ ਘਾਟ ਸੀ। नो आउटस्टैंडिंग लीडर, कोई ऐसा लीडर नहीं सी जिहड़ा साम सके, उस समय दस सके कि मैं नैशनल लीडर हाँ, पूरे इलाकों में मैं साम सकता। कोई भी ऐसा महत्वपूर्ण सानू चेहरा जिहड़ा है नज़र नहीं आता। सो ये कुछ कारण सी। और इंपैक्ट ऑफ द रेड्स, इंटरमिंगलिंग ऑफ कल्चरस, लॉट टू गिव एंड टेक बिटवीन हिंदू एंड मुस्लिम कल्चर। साडा जिहड़ा कल्चर है, साड़ी संस्कृति है, सभ्यता है, उहदे बड़ा फर्क पिया। दो कल्चर आपस में मिले, उहदा चाहे आर्कीटैक्चर लगा लो चाहे होर चीज़ों के ला लो, बड़ा फर्क पिया, इंटरमिंगल होए, आपस दे विच मिल गए। नॉलेज वंडी गई, नॉलेज शेयर की गई। और आर्कीटैक्चर, लैंग्वेज, म्यूजिक एंड फूड, ये बहुत बदलाव आए। माइग्रेशन ऑफ लार्ज नंबर ऑफ पीपल, सोल्जर्स, ट्रेडर्स, वर्करस, बिल्कुल माइग्रेशन हुई, लोग एक थां तो दूजी थां पहुँचे, बहुत सारे सैनिक आए, बहुत सारे व्यापारी आए, बहुत सारे कामे आए और गए, और इन्हों ले जाता गया उस इलाके के विच। उत्थे जिवें महमूद गजनवी लै गया सी, उसने बहुत सारे जो हैं उन्होंने जिहड़े कामे सी, बहुत सारे ऐसे कारीगर सी जिन्हां तो उत्थे बाद च बिल्डिंग्स बनवाईयां गईयां उत्थे। और स्लेव डायनेस्टी की नींव रखी गई, कुतुबुद्दीन ऐबक तो जिहड़ा है स्लेव डायनेस्टी की नींव रखी गई। ये भी बड़ा इंपॉर्टेंट फैक्ट जिहड़ा है सानूं मिलता है। ये एक कार्टूनस ने संयोगिता दी, द ब्यूटीफुल प्रिंसेस एंड डॉटर ऑफ जयचंद। तुसीं पृथ्वीराज चौहान देख रहे हो, तलवार लैके खड़े ने, और संयोगिता फुल लैके खड़ी है। आपस का इन्हां दी प्रेम कथा बहुत फेमस है। अगे बढ़ते हैं। ये देखो जदों उन्होंने चक के लिजाया गया संयोगिता नूं, और अपनी मर्जी नाल चली गई। सो पृथ्वीराज चौहान और संयोगिता जिहड़ा है वो इत्थे देखो। और अगे बढ़ते हैं, रिकैप कर लीए तो इन्हां दा ये महमूद गजनी का है, और ये महमूद ऑफ गौर का है, मनते असीं। और इनू एक बार ध्यान नाल तुसी, मैं एक मिनट रखता, ध्यान नाल इनू पढ़ लियो, समझ लियो। और इस लैक्चर तो तुसी अगर तुहानूं समझ आता है, और अगर तुहाडे कोई जिहड़े हैं तुहानूं लगता है कि अच्छी
ਵੇ ਨਾਲ ਸਮਝ ਆਇਆ ਹੈ ਤਾਂ ਉਹਦੇ ਲਈ ਸ਼ੁਕਰੀਆ। ਔਰ ਅਗਰ ਨਹੀਂ ਸਮਝ ਆਇਆ ਤਾਂ ਪਲੀਜ਼ ਮੈਨੂੰ ਦੱਸਿਓ। ਤੁਸੀਂ ਯੂ ਆਰ ਫਰੀ ਟੂ ਟੈਲ ਮੀ। ਪਲੀਜ਼ ਮੈਨੂੰ ਦੱਸਿਓ ਕਿ ਇਹਦੇ 'ਚ ਕੋਈ ਦਿੱਕਤ ਪਰੇਸ਼ਾਨੀ ਅਗਰ ਤੁਹਾਨੂੰ ਆਉਂਦੀ ਹੈ। ਸੋ ਥੈਂਕ ਯੂ ਸੋ ਮਚ। ਤੁਸੀਂ ਇਸ ਨੂੰ ਹਾਂਜੀ ਜੀ ਇਹ ਦੇਖ ਸਕਦੇ ਹੋ, ਠੀਕ ਹੈ। ਸੋ ਅੱਜ ਦਾ ਲੈਕਚਰ ਇੱਥੇ ਹੀ ख़त्म ਕਰਦੇ ਹਾਂ।